ਗੁਰੂ ਪਿਆਰ ਵਾਲਿਓ, ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ 400 ਸਾਲਾ ਸ਼ਤਾਬਦੀ ਧੰਨ ਗੁਰੂ ਤੇਗ ਬਹਾਦਰ ਜੀ, ਉਹਨਾਂ ਦੇ ਪਾਵਨ ਬਚਨ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਸਾਨੂੰ ਪ੍ਰਾਪਤ ਹੁੰਦੇ ਆ, ਉਹਨਾਂ ਦੇ ਵਿਚਾਰ ਆਪਾਂ ਰਲ ਮਿਲ ਕੇ ਕਰ ਰਹੇ ਹਾਂ ਤੇ ਆਪਾਂ ਸਮਝਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਾਂ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਆਪਣੇ ਪਾਵਨ ਬਚਨਾਂ ਵਿੱਚ ਲਿਖ ਕੇ ਜੋ ਸਾਨੂੰ ਨਸੀਹਤਾਂ ਦਿੱਤੀਆਂ, ਜੋ ਸਾਨੂੰ ਸੇਧਾਂ ਦਿੱਤੀਆਂ, ਜਿਨ੍ਹਾਂ ਤੋਂ ਅਸੀਂ ਅਗਵਾਈ ਲੈ ਕੇ ਆਪਣਾ ਜੀਵਨ ਜਿਉਣਾ ਆ, ਉਹ ਕਿੱਡੀਆਂ ਮਹਾਨ ਨੇ। ਕਿੰਨੇ ਹੀ ਮਹਾਨ ਫਲਸਫੇ ਦੀਆਂ ਗੱਲਾਂ ਗੁਰੂ ਸਾਹਿਬ ਜੀ ਨੇ ਆਪਣੀ ਪਾਵਨ ਬਾਣੀ ਅੰਦਰ ਸਰਲ ਭਾਸ਼ਾ ਵਿੱਚ ਕੀਤੀਆਂ ਹੋਈਆਂ ਨੇ, ਪਰ ਫਿਰ ਵੀ ਅਸੀਂ ਕਿਸੇ ਨਾ ਕਿਸੇ ਥਾਂ ਤੇ ਗੁਰਬਾਣੀ ਤੋਂ ਦੂਰ ਜਾ ਰਹੇ ਹਾਂ, ਗੁਰਬਾਣੀ ਦੇ ਮਹਾਨ ਫਲਸਫੇ ਤੋਂ ਦੂਰ ਜਾ ਰਹੇ ਹਾਂ, ਜੋ ਕਿ ਸਾਡੇ ਲਈ ਤੇ ਸਾਡੀ ਕੌਮ ਦੇ ਆਉਣ ਵਾਲੇ ਭਵਿੱਖ ਲਈ ਸਹੀ ਨਹੀਂ ਹੈ। ਸੋ ਚਾਹੀਦਾ ਆਪਾਂ ਨੂੰ ਇਹ ਹੈ ਬਈ ਗੁਰੂ ਸਾਹਿਬ ਦੀ ਆਪਣੀ ਲਿਖਤ, ਉਸ ਦੀ ਆਪਾਂ ਵਿਚਾਰ ਕਰੀਏ, ਉਸ ਨੂੰ ਆਪਾਂ ਸਮਝੀਏ, ਬਜਾਏ ਇਸ ਦੇ ਕਿਸੇ ਦੂਜੇ ਨੇ ਗੁਰੂ ਸਾਹਿਬ ਬਾਰੇ ਕੀ ਲਿਖਿਆ ਆਪਾਂ ਇਹ ਡਿਸਕਸ ਕਰੀਏ। ਸੋ ਇਹ ਆਪਣਾ ਵਿਸ਼ਾ ਨਹੀਂ ਹੈ। ਆਪਣਾ ਵਿਸ਼ਾ ਹੈਗਾ ਕੇਵਲ ਤੇ ਕੇਵਲ ਗੁਰੂ ਸਾਹਿਬ ਦੀ ਆਪਣੀ ਲਿਖਤ, ਉਸ ਨੂੰ ਆਪਾਂ ਸੌਖੇ ਤੋਂ ਸੌਖੇ ਅਰਥਾਂ ਵਿੱਚ ਸਮਝਣ ਦੇ ਕਾਰਜ ਵਿੱਚ ਲੱਗੇ ਹੋਏ ਹਾਂ, ਸਮਝ ਰਹੇ ਹਾਂ ਆਪਾਂ ਰਲ ਮਿਲ ਕੇ ਸਾਰੇ। ਸੋ ਤੁਸੀਂ ਵੇਖ ਰਹੇ ਹੋ ਸਾਡਾ YouTube ਚੈਨਲ ਜਸਵਿੰਦਰ ਸਿੰਘ ਬਟਰੁੱਖਾਂ ਤੇ ਮੈਂ ਜਸਵਿੰਦਰ ਸਿੰਘ। ਆਓ ਫਤਿਹ ਦੀ ਸਾਂਝ ਪਾ ਕੇ ਆਪਾਂ ਗੱਲਬਾਤ ਸ਼ੁਰੂ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੇ 6 ਸ਼ਬਦ ਆਪ ਜੀ ਨੇ ਸਰਵਣ ਕੀਤੇ ਆ, 7ਵਾਂ ਸ਼ਬਦ ਆਪਾਂ ਸਰਵਣ ਕਰਨਾ ਆ। ਪਹਿਲਾਂ ਆਪਾਂ ਪਾਠ ਕਰਾਂਗੇ, ਫਿਰ ਆਪਾਂ ਉਚਾਰਨ ਅਤੇ ਉਸ ਦੇ ਜੋ ਭਾਵ ਅਰਥ ਨੇ ਉਹ ਸੇਧਾਂ ਆਪਾਂ ਗੁਰਬਾਣੀ ਤੋਂ ਲੈਣ ਦਾ ਯਤਨ ਕਰਾਂਗੇ। ਗੌੜੀ ਮਹਲਾ 9ਵਾਂ, 7ਵਾਂ ਸ਼ਬਦ ਵੀ ਗੌੜੀ ਰਾਗ ਵਿੱਚੋਂ ਹੈ। ਗੁਰੂ ਸਾਹਿਬ ਨੇ ਲਿਖਿਆ ਹੋਇਆ, ਸਾਧੋ ਰਾਮ ਸ਼ਰਨ ਵਿਸ਼ਰਾਮਾ, ਵੇਦ ਪੁਰਾਨ ਪੜ੍ਹੇ ਕੋ ਇਹ ਗੁਣ, ਸਿਮਰੇ ਹਰ ਕੋ ਨਾਮਾ ਰਹਾਓ। ਲੋਭ ਮੋਹ ਮਾਇਆ ਮਮਤਾ ਫੁਨ, ਔ ਬਿਖਿਆਨ ਕੀ ਸੇਵਾ, ਹਰਖ ਸੋਗ ਪਰਸੈ ਜਿਹ ਨਾਹਨ, ਸੋ ਮੂਰਤ ਹੈ ਦੇਵਾ। ਸੁਰਗ ਨਰਕ ਅੰਮ੍ਰਿਤ ਬਿਖ ਇਹ ਸਭ, ਤਿਉ ਕੰਚਨ ਅਰ ਪੈਸਾ, ਉਸਤਤ ਨਿੰਦਾ ਇਹ ਸਮਝਾ ਕੈ, ਲੋਭ ਮੋਹ ਫੁਨ ਤੈਸਾ। ਦੁਖ ਸੁਖ ਇਹ ਬਾਂਧੇ ਜਿਹ ਨਾਹਨ, ਤਿਹ ਤੁਮ ਜਾਨੋ ਗਿਆਨੀ, ਨਾਨਕ ਮੁਕਤ ਤਾਹਿ ਤੁਮ ਮਾਨੋ, ਇਹ ਬਿਦ ਕੋ ਜੋ ਪ੍ਰਾਨੀ। ਇਹ 7ਵਾਂ ਸ਼ਬਦ ਹੈ। ਇਹਦੇ ਵਿੱਚ ਗੁਰੂ ਸਾਹਿਬ ਜੀ ਨੇ 3 ਪਦਿਆਂ ਵਿੱਚ ਬਹੁਤ ਮਹਾਨ ਫਲਸਫਾ ਸਾਡੇ ਸਾਹਮਣੇ ਰੱਖਿਆ ਹੋਇਆ। ਬਸ ਜ਼ਰੂਰਤ ਹੈ ਬਈ ਅਸੀਂ ਗੁਰੂ ਸਾਹਿਬ ਤੋਂ ਅਸੀਸ ਲੈ ਕੇ ਸਤਿਗੁਰੂ ਜੀ ਦੇ ਬਖਸ਼ੇ ਹੋਏ ਅਮੋਲਕ ਭੰਡਾਰੀ ਦੀ ਸਾਂਝ ਰਲ ਮਿਲ ਕੇ ਆਪਸ ਵਿੱਚ ਪਾਈਏ। ਸੋ ਉਚਾਰਨ ਦੀ ਗੱਲ ਆਪਾਂ ਪਹਿਲਾਂ ਕਰ ਲਈਏ। ਸਾਧੋ ਵਿਸ਼ਰਾਮ, ਰਾਮ ਸ਼ਰਨ, ਰਾਮ ਸਰਨ ਨਹੀਂ ਪੜ੍ਹਨਾ, ਸੱਸੇ ਪੈਰ ਬਿੰਦੀ ਲਾ ਕੇ ਸ਼ਰਨ, ਸ਼ਰਨ ਪਨਾਹ ਲੈਣੀ, ਸ਼ਰਨ ਵਿੱਚ ਜਾਣਾ, ਪਨਾਹ ਵਿੱਚ ਜਾਣਾ। ਰਾਮ ਸ਼ਰਨ ਵਿਸ਼ਰਾਮਾ, ਸਾਡਾ ਵਿਸ਼ਰਾਮ ਟਿਕਾ ਰਾਮ ਸ਼ਰਨ ਵਿੱਚ। ਸੋ ਰਾਮ ਸ਼ਰਨ ਵਿਸ਼ਰਾਮਾ ਇੱਦਾਂ ਪਾਠ ਕਰਨਾ। ਵੇਦ ਪੁਰਾਨ ਪੜ੍ਹੇ ਕੋ ਇਹ ਗੁਣ, ਇੱਥੇ ਵਿਸ਼ਰਾਮ। ਸਿਮਰੇ ਹਰ ਕੋ ਨਾਮਾ ਰਹਾਓ। ਲੋਭ ਮੋਹ ਮਾਇਆ ਮਮਤਾ ਫੁਨ, ਇੱਥੇ ਵਿਸ਼ਰਾਮ। ਔ ਬਿਖਿਆਨ ਕੀ ਸੇਵਾ, ਹਰਖ ਸੋਗ ਪਰਸੈ ਜਿਹ ਨਾਹਨ, ਇੱਥੇ ਵਿਸ਼ਰਾਮ। ਸੋ ਮੂਰਤ ਹੈ ਦੇਵਾ। ਸੁਰਗ ਨਰਕ ਅੰਮ੍ਰਿਤ ਬਿਖ ਇਹ ਸਭ, ਤਿਉ ਕੰਚਨ ਅਰ ਪੈਸਾ। ਸੁਰਗ ਨਰਕ ਵਿਸ਼ਰਾਮ, ਅੰਮ੍ਰਿਤ ਬਿਖ ਵਿਸ਼ਰਾਮ, ਇਹ ਸਭ। ਇੱਥੇ ਮੈਂ ਥੋੜ੍ਹੀ ਜਿਹੀ ਬੇਨਤੀ ਕਰਦਿਆਂ, ਸ਼ਬਦ ਹੈ ਇਹ ਸਭ, ਦਰਅਸਲ ਇੱਥੇ ਹੋਣਾ ਚਾਹੀਦਾ ਸੀ ਇਹ ਸਮ। ਗਿਆਨੀ ਹਰਵੰਤ ਸਿੰਘ ਜੀ ਨੇ ਇਸ ਗੱਲ ਨੂੰ ਸਪਸ਼ਟ ਕੀਤਾ। ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਤੁਸੀਂ ਟੀਕਾ ਪੜ੍ਹੋ, ਉਹਨਾਂ ਨੇ ਜਦੋਂ ਇਸ ਸ਼ਬਦ ਦੀ ਵਿਆਖਿਆ ਕੀਤੀ ਤਾਂ ਅਰਥਾਂ ਕਰਨ ਵੇਲੇ ਸਭ ਦੀ ਥਾਂ ਤੇ ਸਮ ਸ਼ਬਦ ਨੂੰ ਵਰਤਿਆ ਹੋਇਆ। ਪੁਰਾਤਨ ਲਿਖਤਾਂ ਵਿੱਚੋਂ ਵੀ ਕਈ ਥਾਵਾਂ ਤੋਂ ਆਪਾਂ ਨੂੰ ਸਮ ਸ਼ਬਦ ਪ੍ਰਾਪਤ ਹੁੰਦਾ ਆ। ਸਮ ਦਾ ਅਰਥ ਹੁੰਦਾ ਸਮਾਨ, ਬਰਾਬਰ। ਸਭ ਸ਼ਬਦ ਦੇ ਨਾਲ ਇੱਥੇ ਅਰਥ ਨਹੀਂ ਬਣਦੇ, ਇੱਥੇ ਸ਼ਬਦ ਸਮ ਦੇ ਨਾਲ ਹੀ ਅਰਥ ਬਣਦੇ ਹਨ। ਇਸ ਲਈ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਅੱਜ ਕੱਲ੍ਹ ਸਭ ਲਿਖਿਆ ਹੋਇਆ, ਸੋ ਸਾਡੀ ਮਜਬੂਰੀ ਆਪਾਂ ਸਭ ਪਾਠ ਕਰਾਂਗੇ, ਪਰ ਅਸਲੋਂ ਚਾਹੀਦਾ ਸੀ ਇੱਥੇ ਸਮ। ਸਮ ਦਾ ਅਰਥ ਬਰਾਬਰ, ਸਮਾਨ, ਇਕੁਅਲ। ਸੁਰਗ ਨਰਕ ਅੰਮ੍ਰਿਤ ਬਿਖ ਇਹ ਸਭ, ਤਿਉ ਕੰਚਨ ਅਰ ਪੈਸਾ, ਉਸਤਤ ਨਿੰਦਾ ਇਹ ਸਮ ਜਾ ਕੈ। ਉਸਤਤ ਨਿੰਦਾ ਵਿਸ਼ਰਾਮ, ਇਹ ਸਮ ਜਾ ਕੈ ਵਿਸ਼ਰਾਮ। ਲੋਭ ਮੋਹ ਫੁਨ ਤੈਸਾ। ਦੁਖ ਸੁਖ ਇਹ ਬਾਂਧੇ ਜਿਹ ਨਾਹਨ, ਵਿਸ਼ਰਾਮ। ਤਿਹ ਤੁਮ ਜਾਨੋ ਗਿਆਨੀ, ਨਾਨਕ ਵਿਸ਼ਰਾਮ।
ਮੁਕਤ ਤਾਹਿ ਤੁਮ ਮਾਨੋ ਵਿਸ਼ਰਾਮ, ਇਹ ਬਿਦ ਕੋ ਜੋ ਪ੍ਰਾਨੀ। ਇਹ ਤਾਂ ਸੀ ਉਚਾਰਨ ਅਤੇ ਵਿਸ਼ਰਾਮਾਂ ਦੇ ਸੰਬੰਧ 'ਚ ਕੁਝ ਬੇਨਤੀਆਂ। ਸੋ ਸਭ ਅਤੇ ਸਮ ਇਸ ਵਿਚਾਰ ਨੂੰ ਲੈ ਕੇ ਆਪ ਜੀ ਨੂੰ ਕੋਈ ਬਹੁਤਾ ਜ਼ਿਆਦਾ ਜਿਹੜਾ ਹੈਗਾ ਉਹ ਪੜਚੋਲ ਕਰਨ ਦੀ ਜਾਂ ਬਹੁਤਾ ਜ਼ਿਆਦਾ ਉਸੇ ਹੀ ਗੱਲ ਉੱਪਰ ਜ਼ੋਰ ਦੇਣ ਦੀ ਲੋੜ ਨਹੀਂ ਆ। ਉਹ ਇੱਕ ਔਰਲੀ ਮੈਂ ਗੱਲ ਤੁਹਾਡੇ ਧਿਆਨ ਵਿੱਚ ਲਿਆਂਦੀ ਆ ਵੀ ਪ੍ਰਿੰਟਿੰਗ ਦੇ ਵਿੱਚ ਇੱਦਾਂ ਆ, ਹੱਥ ਲਿਖਤਾਂ ਵਿੱਚ ਸਾਨੂੰ ਇੱਦਾਂ ਮਿਲਦਾ ਆ, ਅਤੇ ਅਰਥਾਂ ਵਿੱਚ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਜੋ ਟੀਕਾ ਕੀਤਾ ਭਾਵੇਂ ਉਸ ਦੀ ਗੱਲ ਕਰੀਏ, ਭਾਵੇਂ ਗਿਆਨੀ ਹਰਬੰਸ ਸਿੰਘ ਜੀ ਦੇ ਟੀਕੇ ਦੀ ਗੱਲ ਕਰੀਏ, ਤਾਂ ਦੋਵਾਂ ਥਾਵਾਂ ਦੇ ਉੱਪਰ ਸਾਨੂੰ ਅਰਥਾਂ ਵਿੱਚ ਸਮ ਰੂਪ ਦੇ ਵਿੱਚ ਹੀ ਪ੍ਰਾਪਤ ਹੁੰਦਾ ਆ। ਨੋਰਮਲ ਗੱਲ ਆ, ਨੋਰਮਲ ਹੀ ਰੱਖਣਾ ਆ, ਇਹਨੂੰ ਵਧਾਉਣ ਘਟਾਉਣ ਦੀ ਕੋਸ਼ਿਸ਼ ਨਾ ਕਰਿਓ। ਸੋ ਆਓ ਆਪਾਂ ਅਰਥਾਂ ਵੱਲ ਚੱਲੀਏ। ਸਾਧੋ ਰਾਮ ਸ਼ਰਨ ਵਿਸਰਾਮਾ। ਸਾਧੋ ਹੇ ਭਾਈ, ਰਾਮ ਸ਼ਰਨ ਵਿਸ਼ਰਾਮਾ, ਜਿਨ੍ਹਾਂ ਦਾ ਵਿਸ਼ਰਾਮ, ਜਿਨ੍ਹਾਂ ਦਾ ਠਿਕਾਣਾ ਕਿੱਥੇ ਹੈ ਜੀ? ਰਾਮ ਸ਼ਰਨ। ਰਾਮ ਸ਼ਰਨ ਵਿੱਚ ਆ, ਉਹਨਾਂ ਦੀ ਅਵਸਥਾ ਕਿਹੋ ਜਿਹੀ ਆ, ਜਾਂ ਆਪਾਂ ਕਿਵੇਂ ਸਮਝੀਏ ਬਈ ਇਹਨਾਂ ਦਾ ਟਿਕਾਣਾ ਰਾਮ ਦੀ ਸ਼ਰਨ ਵਿੱਚ ਆ, ਕਿਵੇਂ ਜਾਣਿਆ ਜਾਵੇ? ਉਹਦਾ ਗੁਰੂ ਸਾਹਿਬ ਜੀ ਦੱਸਣ ਲੱਗੇ ਨੁਕਤਾ। ਵੇਦ ਪੁਰਾਣ ਪੜ੍ਹੇ ਕੋ ਇਹ ਗੁਣ। ਵੇਦ ਪੁਰਾਣ ਦਾ ਅਰਥ ਧਾਰਮਿਕ ਗ੍ਰੰਥ, ਉਹਨਾਂ ਦਾ ਪਾਠ ਕਰਨਾ, ਉਹਨਾਂ ਨੂੰ ਪੜ੍ਹਨਾ। ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਦਾ, ਉਹਨਾਂ ਦਾ ਪਾਠ ਕਰਨ ਦਾ ਇਹ ਗੁਣ ਹੋਣਾ ਚਾਹੀਦਾ। ਸਿਮਰੇ ਹਰ ਕੋ ਨਾਮਾ, ਉਹਨਾਂ ਨੂੰ ਪੜ੍ਹ ਕੇ ਝੰਜਟ ਵਿੱਚ ਨਾ ਪਵੇ, ਉਹਨਾਂ ਦਾ ਪਾਠ ਕਰਕੇ ਇੱਦਾਂ ਮਤਲਬ ਤਰਕ ਵਿਤਰਕ ਵਿੱਚ ਨਾ ਪਵੇ, ਉਹਨਾਂ ਦਾ ਪਾਠ ਕਰਕੇ ਸਿਮਰੇ ਹਰ ਕੋ ਨਾਮਾ, ਸੁਰਤ ਇਸ ਦੀ ਸਰਵ ਵਿਆਪਕ ਈਸ਼ਵਰ ਨੂੰ ਸਿਮਰੇ। ਤੇ ਜੋ ਸਿਮਰਦੇ ਨੇ, ਜੋ ਰਾਮ ਸ਼ਰਨ ਵਿੱਚ ਰਹਿ ਰਹੇ ਨੇ, ਜਿਨ੍ਹਾਂ ਦਾ ਠਿਕਾਣਾ ਰੱਬ ਦੀ ਹਜ਼ੂਰੀ ਵਿੱਚ ਹੈ, ਭਾਵ ਜੋ ਮੰਨਦੇ ਨੇ ਵੀ ਸਾਡੇ ਆਲੇ ਦੁਆਲੇ ਪਰਮੇਸ਼ਰ ਹੈ। ਜਹਾਂ ਜਹਾਂ ਜਾਉ ਤਹਾਂ ਤੇਰੀ ਸੇਵਾ, ਤੁਮ ਸੋ ਠਾਕੁਰ ਔਰ ਨਾ ਦੇਵਾ। ਜਹਾਂ ਜਾਈਏ ਤਹਾਂ ਸੁਹੇਲੇ। ਜਿਹੜੇ ਇਹ ਜਿਨ੍ਹਾਂ ਦੇ ਜੀਵਨ ਦੀ ਇਹ ਜਾਂਚ ਬਣ ਗਈ ਵੀ ਅਸੀਂ ਜਿੱਥੇ ਵੀ ਜਾਂਦੇ ਹਾਂ ਪਰਮੇਸ਼ਰ ਤੇ ਸਭ ਥਾਵਾਂ ਤੇ ਆ, ਤੂੰ ਸਭ ਨੀ ਥਾਈ ਜਿੱਥੈ ਹੋਂ ਜਾਈ। ਸਾਚਾ ਸਿਰਜਣਹਾਰ ਜੀ ਪਰਮੇਸ਼ਰ ਤੇ ਵਿਆਪਕ ਆ। ਜਿਨ੍ਹਾਂ ਨੂੰ ਰਾਮ ਸ਼ਰਨ ਵਿੱਚ ਰਹਿਣ ਦੀ ਜਾਂਚ ਆ ਗਈ, ਜਾਂ ਜਿਹੜੇ ਫਿਰ ਰੱਬ ਜੀ ਦਾ ਸਿਮਰਨ ਕਰਦੇ ਆ, ਉਹਨਾਂ ਦੀ ਅਵਸਥਾ ਕਿਹੋ ਜਿਹੀ ਹੈ? ਹੁਣ ਅੱਗੇ ਉਹ ਡਿਸਕਸ ਕੀਤਾ ਗਿਆ, ਇਸ ਰਹਾਉ ਨੂੰ ਖੋਲਿਆ ਗਿਆ ਕਿ ਸੁਣੋ। ਲੋਭ ਮੋਹ ਮਾਇਆ ਮਮਤਾ ਫੁਨ ਔ ਬਿਖਿਅਨ ਕੀ ਸੇਵਾ। ਲੋਭ ਮੋਹ ਮਾਇਆ ਮਮਤਾ। ਲੋਭ ਤੁਸੀਂ ਸਮਝਦੇ ਹੋ ਲਾਲਚ, ਮੋਹ ਤੁਸੀਂ ਸਮਝਦੇ ਹੋ ਖੁਦਗਰਜ਼ੀ, ਮਾਇਆ ਸਮਝਦੇ ਹੋ ਹਰ ਉਹ ਚੀਜ਼ ਜੋ ਤੁਹਾਨੂੰ ਆਪਣੇ ਹੀ ਨੇੜੇ ਰੱਖੇ, ਖੁਦਗਰਜ਼ੀ ਦੇ ਵਿੱਚ ਫਸਾਈ ਰੱਖੇ, ਸਰਵ ਵਿਆਪਕ ਈਸ਼ਵਰ ਨਾਲ ਜੁੜਨ ਨਾ ਦੇਵੇ, ਜਾਂ ਇਉਂ ਸਮਝ ਲਈਏ ਸੁਰਤ ਨੂੰ ਵਿਸ਼ਵ ਵਿਆਪੀ ਨਾ ਹੋਣ ਦੇਵੇ। ਮਮਤਾ ਦਾ ਅਰਥ ਆਪਣਾਤਾ, ਇੱਕ ਤਰ੍ਹਾਂ ਨਾਲ ਮੋਹ ਦੇ ਵਿੱਚੋਂ ਨਿਕਲਿਆ ਹੋਇਆ ਸ਼ਬਦ ਹੈਗਾ। ਔ ਵਿਖਿਅਨ ਕੀ ਸੇਵਾ, ਅਤੇ ਵਿਸ਼ੇ ਵਿਕਾਰਾਂ ਦੀ ਸੇਵਾ ਕਰਨੀ, ਸੇਵਨ ਕਰਨਾ, ਭਾਵ ਉਹਨਾਂ ਨੂੰ ਧਾਰਨ ਕਰਨਾ। ਹਰਖ ਸੋਗ ਪਰਸੈ ਜਿਹ ਨਾਹਨ। ਭਾਈ ਇਹ ਸਾਰੀਆਂ ਚੀਜ਼ਾਂ, ਲੋਭ ਮੋਹ ਮਾਇਆ ਮਮਤਾ ਵਿਸ਼ੇ ਵਿਕਾਰ, ਹਰਖ ਸੋਗ ਪਰਸੈ ਜਿਹ ਨਾਹਨ। ਹਰਖ ਸੋਗ ਦੀ ਗੱਲ ਆਪਾਂ ਪਹਿਲਾਂ ਕੀਤੀ ਸੀ, ਖੁਸ਼ੀ ਅਤੇ ਗਮੀ। ਇਹ ਚੀਜ਼ਾਂ ਸਾਰੀਆਂ, ਆ 7 ਚੀਜ਼ਾਂ ਜਿਹੜੀਆਂ ਆਪਾਂ ਗਿਣੀਆਂ, ਲੋਭ ਮੋਹ ਮਾਇਆ ਮਮਤਾ ਵਿਸ਼ੇ ਵਿਕਾਰਾਂ ਦੀ ਸੇਵਾ, ਹਰਖ ਸੋਗ ਖੁਸ਼ੀ ਗਮੀ, ਇਹ ਸਾਰੀਆਂ ਚੀਜ਼ਾਂ ਪਰਸੈ ਜਿਹ ਨਾਹਨ, ਜਿਹਦੇ ਨੇੜੇ ਨਹੀਂ ਆਉਂਦੀਆਂ। ਸੋ ਮੂਰਤ ਹੈ ਦੇਵਾ, ਅਸਲ ਵਿੱਚ ਉਹ ਪਰਮੇਸ਼ਰ ਦੀ ਮੂਰਤ ਆ, ਉਹਦੇ ਵਿੱਚ ਤੇ ਰੱਬ 'ਚ ਕੋਈ ਫਰਕ ਨਹੀਂ ਆ। ਤੇ ਉਹ ਅਭੇਦ ਕਿਵੇਂ ਹੋਇਆ? ਸਿਮਰੇ ਹਰ ਕੋ ਨਾਮਾ। ਜਦੋਂ ਹਰ ਕੋ ਨਾਮ ਨੂੰ ਸਿਮਰਿਆ, ਫਿਰ ਰਾਮ ਸ਼ਰਨ ਵਿਸ਼ਰਾਮਾ, ਰੱਬ ਦੀ ਸ਼ਰਨ ਵਿੱਚ ਉਸ ਦਾ ਟਿਕਾਣਾ ਬਣ ਗਿਆ। ਟਿਕਾਣੇ ਦਾ ਪਤਾ ਕਿਵੇਂ ਲੱਗੇ? ਟਿਕਾਣੇ ਦਾ ਪਤਾ ਇਸ ਗੱਲ ਤੋਂ ਲਾਇਆ ਜਾ ਸਕਦਾ ਕਿ ਉਸ ਦੇ ਅੰਦਰ ਨਾ ਕਾਮ ਹੈ, ਨਾ ਕ੍ਰੋਧ ਹੈ, ਨਾ ਲੋਭ ਹੈ, ਨਾ ਮੋਹ ਹੈ, ਨਾ ਪਣਾਤਾ, ਨਾ ਅਹੰਕਾਰ ਹੈ, ਨਾ ਵਿਸ਼ੇ ਵਿਕਾਰ ਨੇ, ਨਾ ਹਰਖ ਸੋਗ ਵਿੱਚੋਂ ਫਸਿਆ ਹੋਇਆ। ਇਹਨਾਂ ਚੀਜ਼ਾਂ ਤੋਂ ਉੱਪਰ ਆ, ਇਹਨਾਂ ਤੋਂ ਪਰੇ ਆ, ਆਪਣੇ ਟੀਚੇ ਨੂੰ ਪਰਨਾਇਆ ਹੋਇਆ, ਤੇ ਉਹਦੀ ਪ੍ਰਾਪਤੀ ਦੇ ਲਈ ਕਦਮ ਦਰ ਕਦਮ ਅੱਗੇ ਵਧ ਰਿਹਾ, ਉਸ ਪਾਸੇ ਨੂੰ ਤੁਰ ਰਿਹਾ। ਅੱਗੋਂ ਗੁਰੂ ਸਾਹਿਬ ਦੱਸਦੇ ਨੇ, ਹਰਖ ਸੋਗ ਪਰਸੈ ਜਿਹ ਨਾਹਨ, ਸੋ ਮੂਰਤ ਹੈ ਦੇਵਾ। ਸੁਰਗ ਨਰਕ ਅੰਮ੍ਰਿਤ ਬਿਖ। ਹੁਣ ਕਈ ਲੋਕੀ ਤਾਂ ਸੁਰਗਾਂ ਦੇ ਲਾਲਚ ਵਿੱਚ ਲੱਗੇ ਹੋਏ ਨੇ ਵੀ ਸਾਨੂੰ ਸੁਰਗ ਮਿਲੇ,
ਕਈ ਨਰਕਾਂ ਤੋਂ ਡਰਦੇ ਹੋਏ ਧਰਮ ਵਾਲੇ ਪਾਸੇ ਹੋਏ ਵੇ ਨੇ ਵੀ ਅਸੀਂ ਕਿਤੇ ਨਰਕ 'ਚ ਨਾ ਜਾ ਪਈਏ। ਗੁਰੂ ਸਾਹਿਬ ਕਹਿੰਦੇ ਦੋਨੋਂ ਹੀ ਛੱਡ ਦਿਓ, ਨਾ ਸੁਰਗ ਨਾ ਨਰਕ। ਗੁਰਬਾਣੀ ਕਹਿੰਦੀ ਹੈ ਨਾ, ਸੁਰਗ ਨਰਕ ਤੇ ਮੈਂ ਰਹਿਓ, ਸਤਿਗੁਰ ਕੇ ਪ੍ਰਸਾਦ ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦਊ ਰਾਂਦੇ। ਸੁਰਗਾਂ ਤੇ ਨਰਕਾਂ ਨੂੰ ਗੁਰਬਾਣੀ ਨੇ ਪਰੇ ਕੀਤਾ ਹੋਇਆ। ਬਈ ਤੁਸੀਂ ਨਾ ਤੇ ਸੁਰਗ ਦਾ ਆਪਣੇ ਅੰਦਰ ਲਾਲਚ ਰੱਖੋ, ਨਾ ਹੀ ਨਰਕ ਦਾ ਡਰ ਰੱਖ ਕੇ ਆਪਣੇ ਅੰਦਰ ਫਿਰ ਇਸ ਪਾਸੇ ਆਓ। ਲਾਲਚ ਵੀ ਛੱਡ ਕੇ, ਡਰ ਵੀ ਛੱਡ ਕੇ, ਦੋਵੇਂ ਚੀਜ਼ਾਂ ਨੂੰ ਤਿਆਗ ਕੇ ਜਦੋਂ ਇਸ ਰਸਤੇ ਤੇ ਤੁਰੋਗੇ, ਫਿਰ ਅਸਲੋਂ ਤੁਸੀਂ ਆਪਣੇ ਟੀਚੇ ਨੂੰ ਪਰਨਾਏ ਹੋਏ ਹੋਵੋਗੇ। ਜਦੋਂ ਤੱਕ ਮਨ ਵਿੱਚ ਲਾਲਚ ਆ ਜਾਂ ਡਰ ਆ, ਉਦੋਂ ਤੱਕ ਕੋਈ ਕੰਮ ਕਰ ਰਹੇ ਹੋ, ਉਦੋਂ ਤੱਕ ਤੁਹਾਡਾ ਕੀਤਾ ਹੋਇਆ ਕੰਮ ਉਹ ਟੀਚੇ ਨੂੰ ਪਰਨਾਇਆ ਹੋਇਆ ਨਹੀਂ ਮੰਨਿਆ ਜਾ ਸਕਦਾ। ਉਹ ਤਦੋਂ ਹੀ ਮੰਨਿਆ ਜਾ ਸਕਦਾ ਜਦੋਂ ਲਾਲਚ ਅਤੇ ਡਰ ਦੋਵੇਂ ਚੀਜ਼ਾਂ ਨਾ ਹੋਣ। ਸੁਰਗ ਨਰਕ, ਅੰਮ੍ਰਿਤ ਬਿਖ। ਅੰਮ੍ਰਿਤ ਤੇ ਬਿਖ, ਅੰਮ੍ਰਿਤ ਤੇ ਜ਼ਹਿਰ ਦੋਵਾਂ ਨੂੰ ਇੱਕ ਬਰਾਬਰ ਹੀ ਜਾਣੇ। ਅੰਮ੍ਰਿਤ ਤੇ ਬਿਖ ਦਾ ਅਰਥ ਜ਼ਿੰਦਗੀ ਤੇ ਮੌਤ, ਬਰਾਬਰ ਹੀ ਜਾਣੇ। ਜ਼ਿੰਦਗੀ ਦੇ ਲਈ ਬਹੁਤਾ ਜ਼ਿਆਦਾ ਉਤਸੁਕਤ ਨਾ ਹੋਵੇ ਤੇ ਮੌਤ ਤੋਂ ਬਹੁਤਾ ਜ਼ਿਆਦਾ ਨਿਰਾਸ਼ਾਜਨਕ ਨਾ ਹੋਵੇ। ਬਸ ਜ਼ਿੰਦਗੀ ਦੀ ਇੱਕ ਖੇਡ, ਇਹਨੂੰ ਸਮਝ ਲਏ ਵੀ ਹਾਂ ਇੱਕ ਬਾਜ਼ੀ ਹੈ, ਇੱਕ ਸਮਾਂ ਮਿਲਿਆ, ਜਿੰਨਾ ਮਿਲਿਆ ਇਹਨੂੰ ਰੱਜ ਕੇ ਹੰਢਾ ਲਈਏ, ਇਹਨੂੰ ਸਹੀ ਪਾਸੇ ਲਾ ਲਈਏ। ਇਸ ਸਮੇਂ ਦੇ ਵਿੱਚ ਕੋਈ ਢੰਗ ਦਾ, ਕੋਈ ਵਧੀਆ, ਕੋਈ ਚੰਗਾ ਕਾਰਜ ਕਰ ਲਈਏ। ਉਹ ਬਿਖਿਆਨ ਕੀ ਸੇਵਾ। ਮਹਾਰਾਜ ਕਹਿੰਦੇ ਨਰਕ ਸੁਰਗ ਅੰਮ੍ਰਿਤ ਬਿਖ ਇਹ ਸਭ ਤਿਉ ਕੰਚਨ ਅਰ ਪੈਸਾ। ਤਿਵੇਂ ਹੀ ਜੋ ਰਾਮ ਸ਼ਰਨ ਵਿੱਚ ਰਹਿ ਰਿਹਾ ਨਾ, ਜੋ ਰੱਬ ਦੀ ਹਜ਼ੂਰੀ 'ਚ ਰਹਿ ਰਿਹਾ, ਜੋ ਹਰ ਕੋ ਨਾਮ ਨੂੰ ਸਿਮਰ ਰਿਹਾ ਹੈ, ਉਸ ਦੇ ਲਈ ਸੋਨਾ ਤੇ ਪੈਸਾ ਇਹ ਵੀ ਅਹਿਮੀਅਤ ਨਹੀਂ ਰੱਖਦੇ ਹੁੰਦੇ। ਅਹਿਮੀਅਤ ਰੱਖਣ ਤੋਂ ਭਾਵ ਆ ਵੀ ਉਹ ਟੀਚੇ ਨੂੰ ਪਰਨਾਏ ਹੋਏ ਦਾ ਤੁਰੇ ਜਾ ਰਹੇ ਨੇ ਆਪਣੇ ਟੀਚੇ ਦੀ ਪ੍ਰਾਪਤੀ ਵੱਲ। ਤੇ ਜਾਂਦਿਆਂ ਜਾਂਦਿਆਂ ਰਸਤੇ ਵਿੱਚ ਜਿਨ੍ਹਾਂ ਨੇ ਉਹਨਾਂ ਨੂੰ ਰੋਕਣਾ ਸੀ, ਜਿਹੜੇ ਨਹੀਂ ਸਨ ਚਾਹੁੰਦੇ ਬਈ ਉਹ ਟੀਚੇ ਤੇ ਪਹੁੰਚਣ, ਉਹਨਾਂ ਨੇ ਫਿਰ ਅੱਗੇ ਧਨ ਦੌਲਤ ਰੱਖ ਦਿੱਤਾ ਤੇ ਠੋਕਰ ਮਾਰ ਕੇ ਲੰਘ ਗਏ। ਜਿੱਦਾਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੇ ਠੋਕਰ ਮਾਰੀ ਸੀ। ਗੁਲਾਮੀ ਦੀ ਜ਼ਿੰਦਗੀ ਨੂੰ ਵੀ, ਲੋਭ ਲਾਲਚ ਨੂੰ ਵੀ, ਪਦਵੀਆਂ ਨੂੰ ਵੀ, ਪੈਸੇ ਨੂੰ ਵੀ ਠੋਕਰ ਮਾਰੀ ਸੀ ਉਹਨਾਂ ਨੇ। ਤੇ ਆਪਣੇ ਇੱਕ ਟੀਚੇ, ਇੱਕ ਮਿਸ਼ਨ ਨੂੰ ਪਰਨਾਏ ਹੋਏ ਸੀ। ਬਸ ਉਹਨਾਂ ਦੇ ਸਾਹਮਣੇ ਉਹ ਮਿਸ਼ਨ ਸੀ ਬਈ ਅਸੀਂ ਆਪਣੇ ਅਸੂਲਾਂ ਤੋਂ ਨਹੀਂ ਥਿੜਕਣਾ। ਬਸ ਜੋ ਸਾਡੇ ਅਸੂਲ ਨੇ ਨਾ ਸਾਡੀ ਜ਼ਿੰਦਗੀ ਦੇ ਘੜੇ ਹੋਏ, ਉਹਨਾਂ ਤੋਂ ਨਹੀਂ ਥਿੜਕਣਾ। ਜੋ ਗੁਰੂ ਪਾਤਸ਼ਾਹ ਤੋਂ ਸਾਨੂੰ ਪ੍ਰਾਪਤ ਹੋਏ ਹੈ, ਉਹਨਾਂ ਤੋਂ ਨਹੀਂ ਥਿੜਕਣਾ ਅਸੀਂ। ਕੁਛ ਵੀ ਹੋ ਜਾਏ ਜ਼ਿੰਦਗੀ 'ਚ। ਤੇ ਕਿੱਡੀਆਂ ਕਿੱਡੀਆਂ ਵਿਪਤਾਵਾਂ ਉਹਨਾਂ ਤੇ ਆਈਆਂ, ਤਸੀਹੇ ਉਹਨਾਂ ਨੂੰ ਝੱਲਣੇ ਪਏ, ਲਾਲਚ ਵੀ ਉਹਨਾਂ ਦੇ ਸਾਹਮਣੇ ਆਏ, ਪਰ ਉਹ ਸਭ ਦੇ ਵਿੱਚੋਂ ਦੀ ਲੰਘ ਗਏ, ਸ਼ਹੀਦ ਹੋ ਗਏ, ਪਰ ਟੀਚੇ ਤੋਂ ਪਿੱਛੇ ਨਹੀਂ ਹੋਏ। ਜੋ ਇੱਕ ਉਹਨਾਂ ਦੇ ਮਨ ਦੀ ਘਾੜਤ ਘੜੀ ਗਈ ਸੀ, ਉਹਦੇ ਤੋਂ ਉਹ ਨਹੀਂ ਡੋਲੇ, ਉਹਦੇ ਤੋਂ ਉਹਨਾਂ ਨੂੰ ਨਹੀਂ ਡੇਗਿਆ ਜਾ ਸਕਿਆ। ਜ਼ਿੰਦਗੀ ਬੇਸ਼ੱਕ ਖਤਮ ਹੋ ਗਈ। ਉੱਥੇ ਜਾ ਕੇ ਸਾਹਿਬਜ਼ਾਦੇ ਜਿੱਤ ਜਾਂਦੇ ਨੇ ਤੇ ਵਜ਼ੀਰ ਖਾਂ ਉੱਥੇ ਜਾ ਕੇ ਹਾਰ ਜਾਂਦਾ, ਬੜੀ ਬੁਰੀ ਤਰ੍ਹਾਂ ਹਾਰ ਜਾਂਦਾ। ਇਹ ਸਮਝਣਾ ਆ ਇਹ ਨੁਕਤਾ ਅਸੀਂ ਬਈ ਤਿਉ ਕੰਚਨ ਅਰ ਪੈਸਾ। ਕੰਚਨ ਸੋਨਾ ਤੇ ਪੈਸਾ ਦੌਲਤ ਸਰਮਾਇਆ, ਇਹਨਾਂ ਚੀਜ਼ਾਂ ਦੇ ਪਿੱਛੇ ਲੱਗ ਕੇ ਅਸੀਂ ਆਪਣੇ ਅਸੂਲਾਂ ਨਾਲ ਸਮਝੌਤਾ ਨਹੀਂ ਕਰਨਾ। ਜੇ ਕਰ ਗਏ ਸਮਝੌਤਾ, ਫਿਰ ਭਾਈ ਅਸੀਂ ਅਸਲ ਅਰਥਾਂ ਵਿੱਚ ਗੁਰੂ ਜੀ ਦੇ ਪਿਆਰੇ ਸਿੱਖ ਨਹੀਂ ਰਹਾਂਗੇ, ਤੇ ਨਾ ਹੀ ਇੱਕ ਚੰਗੇ ਇਨਸਾਨ ਰਹਾਂਗੇ, ਨਾ ਹੀ ਇੱਕ ਚੰਗੇ ਸਮਾਜਿਕ ਨਾਗਰਿਕ ਰਹਾਂਗੇ। ਜਿਹੜੇ ਪੈਸੇ ਪਿੱਛੇ ਲੱਗ ਕੇ ਆਪਣੇ ਅਸੂਲਾਂ ਨਾਲ ਸਮਝੌਤਾ ਕਰਕੇ, ਆਪਣੀ ਪਦਵੀ ਦੇ ਅਧਿਕਾਰਾਂ ਦੀ ਦੁਰਵਰਤੋਂ ਕਰਕੇ ਦੋਸ਼ੀਆਂ ਨੂੰ ਨਿਰਦੋਸ਼ ਤੇ ਨਿਰਦੋਸ਼ਾਂ ਨੂੰ ਦੋਸ਼ੀ ਬਣਾ ਜਾਂਦੇ ਆ, ਉਹ ਲੋਕ ਅਸਲੋਂ ਸਮਾਜ ਦੇ ਬਹੁਤ ਵੱਡੇ ਦੁਸ਼ਮਣ ਹੁੰਦੇ ਆ। ਤੇ ਗੁਰੂ ਪਾਤਸ਼ਾਹ ਨੇ ਸਮਾਜ ਦੇ ਦੁਸ਼ਮਣ ਨਹੀਂ ਪੈਦਾ ਕੀਤੇ, ਗੁਰੂ ਸਾਹਿਬ ਨੇ ਸਮਾਜ ਦੇ ਸੇਵਾਦਾਰ ਪੈਦਾ ਕੀਤੇ ਆ, ਜੋ ਆਪਣਾ ਆਪਾ ਲੁਟਾ ਜਾਂਦੇ ਆ, ਜੋ ਲੁੱਟਦੇ ਨਹੀਂ ਫਿਰਦੇ, ਲੁਟਾਉਂਦੇ ਹੋ। ਸੋ ਇਹ ਵੇਖਣਾ ਆ ਅਸੀਂ ਬਈ ਹੁਣ ਕਿਸ ਟਰੈਕ ਦੇ ਉੱਪਰ ਤੁਰਨਾ ਆ। ਮਹਾਰਾਜ ਕਹਿੰਦੇ ਉਸਤਤ ਨਿੰਦਾ ਇਹ ਸਮਝ ਆ ਕੇ ਲੋਭ ਮੋਹ ਫੁਨ ਤੈਸਾ। ਉਸਤਤ ਅਤੇ ਨਿੰਦਾ ਵੀ ਫਿਰ ਉਸ ਦੇ ਲਈ ਸਮ ਬਰਾਬਰ ਹੋ ਜਾਂਦੀ ਹੈ। ਲੋਭ ਮੋਹ ਵੀ ਉਸ ਲਈ ਕੋਈ ਅਰਥ ਨਹੀਂ ਰੱਖਦਾ ਹੁੰਦਾ। ਕੌਣ? ਜੋ ਰਾਮ ਸ਼ਰਨ ਵਿੱਚ ਰਹਿ ਰਿਹਾ ਹੈ, ਜੋ ਹਰੀ ਦੇ ਨਾਮ ਨੂੰ ਸਿਮਰ ਰਿਹਾ ਹੈ।
ਨਾਮ ਨਾਲ ਜੁੜੇ ਹੋਏ ਦਾ, ਰੱਬ ਦੀ ਹਜ਼ੂਰੀ 'ਚ ਰਹਿਣ ਵਾਲੇ ਦੇ ਜੀਵਨ ਦਾ ਇਹ ਪ੍ਰਗਟਾਵਾ ਆ, ਇਹ ਝਲਕਾਰਾ ਆ ਜੋ ਸਾਨੂੰ ਇੱਥੋਂ ਪ੍ਰਾਪਤ ਹੋ ਰਿਹਾ। ਅੱਗੋਂ ਦੱਸਿਆ ਜੀ, ਦੁੱਖ ਸੁੱਖ ਇਹ ਬੰਨ੍ਹਦੇ ਜਿਹ ਨਾ ਹਨ, ਤਿਹ ਤੁਮ ਜਾਣੋ ਗਿਆਨੀ, ਜਿਸ ਨੂੰ ਦੁੱਖ ਤੇ ਸੁੱਖ ਬੰਨ੍ਹਦੇ ਨਹੀਂ ਨੇ। ਤਿਹ ਤੁਮ ਜਾਣੋ ਗਿਆਨੀ, ਉਸ ਨੂੰ ਤੁਸੀਂ ਅਸਲ ਅਰਥਾਂ ਵਿੱਚ ਗਿਆਨੀ ਜਾਣੋ। ਨਾਨਕ ਮੁਕਤ ਤਾਹੇ ਤੁਮ ਮਾਨੋ, ਇਹ ਬਿਦ ਕੋ ਜੋ ਪ੍ਰਾਨੀ। ਹੇ ਨਾਨਕ, ਗੁਰੂ ਜੀ ਕਹਿਣ ਲੱਗੇ, ਹੇ ਭਾਈ, ਮੁਕਤ ਤਾਹੇ ਤੁਮ ਮਾਨੋ, ਉਸੇ ਨੂੰ ਹੀ ਮੁਕਤ ਮੰਨੋ। ਇਹ ਬਿਦ ਕੋ ਜੋ ਪ੍ਰਾਨੀ, ਜਿਹਦੇ ਜੀਵਨ ਦੀ ਇਹ ਬਿਦ ਆ। ਦੱਸੋ, ਬੰਦਾ ਸਿੰਘ ਬਹਾਦਰ ਦੇ ਜੀਵਨ ਦੀ ਇਹ ਬਿਦ ਨਹੀਂ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀ ਇਹ ਬਿਦ ਨਹੀਂ ਸੀ। ਫਿਰ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੇ ਵੈਰਾਗੀ, ਉਦਾਸੀ, ਗਮਗੀਨ ਉਹ ਪੈਦਾ ਕੀਤੇ, ਜਾਂ ਸੂਰਮੇ ਸੂਰਵੀਰ ਪੈਦਾ ਕੀਤੇ, ਯੋਧੇ ਬਹਾਦਰ ਪੈਦਾ ਕੀਤੇ। ਅਸਲੋਂ ਅਸੀਂ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਇੱਕ ਪਾਸੜ ਪੱਖ ਤੋਂ ਵਿਚਾਰਿਆ ਵਾ, ਪਰ ਜੇ ਅਗਲਾ ਤੇ ਪਿਛਲਾ ਦੋਵੇਂ ਹਿੱਸੇ ਅਸੀਂ ਲੈ ਕੇ ਚੱਲੀਏ ਵੀ ਉਹਨਾਂ ਦਾ ਸਮਕਾਲੀ ਸਮਾਂ ਕਿਵੇਂ ਦਾ ਸੀ, ਉਹਨਾਂ ਤੋਂ ਪਿੱਛੇ ਦਾ ਸਮਾਂ ਕਿਵੇਂ ਦਾ ਆਇਆ, ਤਾਂ ਉਹਨਾਂ ਦੀ ਬਾਣੀ ਨੇ ਕਿਵੇਂ ਆਉਣ ਵਾਲੇ ਸਮੇਂ ਦੀ ਅਗਵਾਈ ਕੀਤੀ, ਫਿਰ ਅਸੀਂ ਸਹੀ ਟਰੈਕ ਦੇ ਉੱਪਰ ਪੈ ਸਕਦੇ। ਮੈਨੂੰ ਇਵੇਂ ਲੱਗਦਾ ਵਾ ਨਿੱਜੀ ਪੱਖ ਤੋਂ। ਇਸੇ ਲਈ ਇਸੇ ਪੱਖ ਤੋਂ ਆਪ ਜੀ ਨਾਲ ਵਿਚਾਰ ਕਰਨ ਲੱਗਿਆ ਵਾਂ। ਅਗਲਾ ਸ਼ਬਦ ਹੈਗਾ ਜੀ 8ਵਾਂ, ਗੌੜੀ ਰਾਗ ਦਾ ਹੀ ਹੈ ਇਹ ਵੀ। ਗੌੜੀ ਮਹਲਾ 9ਵਾਂ। ਮਨ ਰੇ ਕਹਾਂ ਭਇਓ ਤੈਂ ਬੌਰਾ, ਅਹਨਿਸ ਔਦ ਘਟੈ ਨਹੀਂ ਜਾਣੈ, ਲੋਭ ਭਇਓ ਲੋਭ ਸੰਗ ਹੌਰਾ। ਰਹਾਓ। ਜੋ ਤਨ ਤੈਂ ਆਪਣੋ ਕਰ ਮਾਨਿਓ, ਅਰ ਸੁੰਦਰ ਗ੍ਰਹਿ ਨਾਰੀ, ਇਨ ਮੈਂ ਕਛ ਤੇਰੋ ਰੇ ਨਾਹਿਨ, ਦੇਖੋ ਸੋਚ ਵਿਚਾਰੀ। ਰਤਨ ਜਨਮ ਆਪਣੋ ਤੈਂ ਹਾਰਿਓ, ਗੋਬਿੰਦ ਗਤ ਨਹੀਂ ਜਾਨੀ, ਨਿਮਖ ਨ ਲੀਨ ਭਇਓ ਚਰਨਨ ਸਿਉ, ਬਿਰਥਾ ਔਦ ਸਿਰਾਨੀ। ਕਹੋ ਨਾਨਕ ਸੋਈ ਨਰ ਸੁਖੀਆ, RAM ਨਾਮ ਗੁਣ ਗਾਵੈ, ਔਰ ਸਗਲ ਜਗ ਮਾਇਆ ਮੋਹਿਆ, ਨਿਰਭੈ ਪਦ ਨਹੀਂ ਪਾਵੈ। ਇਹਦੇ ਆਪਾਂ ਵਿਸ਼ਰਾਮਾਂ ਦੀ ਗੱਲ ਕਰ ਲਈਏ। ਮਨ ਰੇ ਸੰਬੋਧਨੀ ਹੈ, ਰੇ ਤੇ ਵਿਸ਼ਰਾਮ ਲੱਗੇਗਾ। ਮਨ ਰੇ ਵਿਸ਼ਰਾਮ। ਕਹਾਂ ਭਇਓ ਤੈਂ ਬੌਰਾ, ਕਹਾਂ ਕਹਾ ਨਹੀਂ, ਕਹਾ ਹੁੰਦਾ ਆਖਿਆ, ਬੋਲਿਆ, ਕਿਰਿਆ। ਕਹਾਂ ਕਿੱਥੇ, ਸਵਾਲੀਆ ਚਿੰਨ੍ਹ। ਭਇਓ ਤੈਂ, ਤੈਰੀ, ਤੈ ਦਾ ਅਰਥ ਹੁੰਦਾ ਅਤੇ ਤੈਂ ਦਾ ਅਰਥ ਤੂੰ, ਪੜਨਾਮ। ਕਹਾਂ ਭਇਓ ਤੈਂ ਬੌਰਾ, ਤੂੰ ਦੀ ਗੱਲ ਹੋ ਰਹੀ ਹੈ, ਇਸ ਲਈ ਇਹਦਾ ਪਾਠ ਕਰਾਂਗੇ ਆਪਾਂ ਤੈਂ। ਅਹਨਿਸ ਔਦ ਘਟੈ ਨਹੀਂ ਜਾਣੈ, ਇੱਥੇ ਵਿਸ਼ਰਾਮ। ਭਇਓ ਲੋਭ ਸੰਗ ਹੌਰਾ। ਰਹਾਓ। ਜੋ ਤਨ ਵਿਸ਼ਰਾਮ, ਤੈਂ ਆਪਣੋ ਕਰ ਮਾਨਿਓ, ਤੈਂ ਇੱਥੇ ਵੀ ਤੈਂ ਪੜਾਂਗੇ, ਆਪਣੋ ਕਰ ਮਾਨਿਓ। ਉੱਦਾਂ ਹੀ ਆਪਾਂ ਮਲਵਈ ਭਾਸ਼ਾ 'ਚ ਕਹਿ ਨਹੀਂ ਦਿੰਦੇ ਵੀ ਤੈਂ ਇੱਦਾਂ ਕਰਨਾ ਸੀ, ਤੈਂ ਨਹੀਂ ਐਵੇਂ ਕੀਤਾ। ਪੜਨਾਵੀ ਰੂਪ 'ਚ ਆਪਾਂ ਸ਼ਬਦ ਵਰਤ ਲੈਂਦੇ ਆ ਇਹ ਵੀ ਤੈਂ ਕਰਨਾ ਸੀ ਭਾਈ, ਤੈਂ ਨਹੀਂ ਕੀਤਾ, ਤੈਂ ਆਉਣਾ ਸੀ, ਤੈਂ ਜਾਣਾ ਸੀ। ਉਹ ਤੈਂ ਸ਼ਬਦ ਪੜਨਾਵੀ ਰੂਪ ਵਾਲਾ ਇੱਥੇ ਵਰਤਿਆ ਹੋਇਆ। ਜੋ ਤਨ ਤੈਂ ਆਪਣੋ ਕਰ ਮਾਨਿਓ, ਅਰ ਸੁੰਦਰ ਗ੍ਰਹਿ ਨਾਰੀ, ਇਨ ਮੈਂ ਕਛ ਤੇਰੋ ਰੇ ਨਾਹਿਨ, ਦੇਖੋ ਸੋਚ ਵਿਚਾਰੀ। ਸੋ ਨਾਹਿਨ ਤੇ ਵਿਸ਼ਰਾਮ ਦੇਣਾ। ਰਤਨ ਜਨਮ ਆਪਣੋ ਤੈਂ ਹਾਰਿਓ, ਇੱਥੇ ਵੀ ਤੈਂ, ਹਾਰਿਓ ਤੇ ਵਿਸ਼ਰਾਮ। ਗੋਬਿੰਦ ਗਤ ਨਹੀਂ ਜਾਨੀ, ਨਿਮਖ ਨ ਲੀਨ ਭਇਓ ਚਰਨਨ ਸਿਉ, ਇੱਥੇ ਵਿਸ਼ਰਾਮ। ਬਿਰਥਾ ਔਦ ਸਿਰਾਨੀ। ਕਹੋ ਨਾਨਕ ਵਿਸ਼ਰਾਮ, ਸੋਈ ਨਰ ਸੁਖੀਆ, ਵਿਸ਼ਰਾਮ। RAM ਨਾਮ ਗੁਣ ਗਾਵੈ, ਔਰ ਸਗਲ ਜਗ ਮਾਇਆ ਮੋਹਿਆ, ਵਿਸ਼ਰਾਮ। ਨਿਰਭੈ ਪਦ ਨਹੀਂ ਪਾਵੈ। ਇਉਂ ਪਾਠ ਕਰਨਾ ਹੈ। ਹੁਣ ਇਹਦੇ ਅਰਥ ਆਪਾਂ ਸਮਝ ਲਈਏ। ਮਨ ਰੇ ਕਹਾਂ ਭਇਓ ਤੈਂ ਬੌਰਾ, ਹੇ ਮਨ, ਕਿਉਂ ਤੂੰ ਬੌਲਾ ਹੋਇਆ ਪਿਆ। ਬੌਰਾ ਦਾ ਅਰਥ ਬੌਲਾ, ਕਮਲਾ, ਝੱਲਾ, ਜਿਹਨੂੰ ਸਮਝ ਨਹੀਂ ਆ। ਮਨ ਕਿਉਂ, ਕਿਉਂ ਤੂੰ ਝੱਲਾ ਹੋਇਆ ਪਿਆ, ਕਿਉਂ ਨਹੀਂ ਤੈਨੂੰ ਸਮਝ ਆ ਰਹੀ। ਔਦ ਘਟੈ, ਅਹਨਿਸ ਔਦ ਘਟੈ ਨਹੀਂ ਜਾਣੈ, ਦਿਨੇ ਰਾਤ ਪਵ ਹਰ ਪਲ ਦੇ ਨਾਲ ਆ ਉਮਰ, ਆ ਸਮਾਂ ਸਰੀਰ ਦਾ ਬੀਤਦਾ ਜਾ ਰਿਹਾ ਹੈ। ਪਤਾ ਨਹੀਂ ਕਿਹੜਾ ਪਲ, ਕਿਹੜਾ ਦਿਨ, ਕਿਹੜਾ ਸਮਾਂ, ਅੰਤਲਾ ਸਮਾਂ ਹੋ ਜਾਏ, ਕਿੱਥੇ ਜਾ ਕੇ ਇਹ ਠੀਕਰਾ ਫੁੱਟ ਜਾਵੇ। ਭਇਓ ਲੋਭ ਸੰਗ ਹੌਰਾ, ਤੇ ਤੂੰ ਲੋਭ ਦੇ ਨਾਲ ਹੌਲਾ ਹੋ ਰਿਹਾ, ਹੀਣਾ ਹੋ ਰਿਹਾ। ਤੂੰ ਸਮਝਦਾ ਨਹੀਂ, ਕਿਉਂ ਝੱਲਾ ਹੋਇਆ ਲੋਭ ਦੇ ਵਿੱਚ ਫਸ ਕੇ, ਆਪਣੇ ਇਸ ਜੀਵਨ ਨੂੰ ਕਿਸੇ ਵੱਡੇ ਮੋਟਿਵ ਨੂੰ ਪਰਨਾ ਕੇ ਸਫਲ ਕਿਉਂ ਨਹੀਂ ਕਰਦਾ। ਆਪਣੀ ਜ਼ਿੰਦਗੀ 'ਚ ਕੋਈ ਟੀਚਾ ਰੱਖ ਕੇ ਕਿਉਂ ਨਹੀਂ ਜੀ ਰਿਹਾ। ਅਗਲੀ ਗੱਲ, ਜੋ ਤਨ ਤੈਂ ਆਪਣੋ ਕਰ ਮੰਨ ਲਿਓ, ਜਿਹੜਾ ਤਨ ਤੂੰ ਆਪਣਾ ਕਰਕੇ ਮੰਨ ਲਿਆ ਵੀ ਹਾਂ ਮੈਨੂੰ ਕੌਣ ਕੁਛ ਕਹਿ ਲੂਗਾ, ਮੈਨੂੰ 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 ਕੌਣ ਆਖ ਲਏਗਾ, ਮੈਨੂੰ ਬੁਰਾ ਕਿਸ ਨੇ ਬੋਲ ਦੇਣਾ ਆ। ਜੋ ਤਨ ਤੈਂ ਆਪਣੋ ਕਰ ਮੰਨ ਲਿਆ,
ਜੋ ਤੂੰ ਆਪਣਾ ਕਰਕੇ ਬੈਠਿਆ ਹੋਇਆ ਹੈ। ਅਰ ਸੁੰਦਰ ਗ੍ਰਹਿ ਨਾਰੀ ਅਤੇ ਸੁੰਦਰ ਗ੍ਰਹਿ ਤੇ ਨਾਰੀ ਪਤਨੀ, ਇਹਨਾਂ ਸਾਰਿਆਂ ਨੂੰ ਤੂੰ ਆਪਣਾ ਕਰਕੇ ਮੰਨਿਆ ਹੋਇਆ ਹੈ। ਚੇਤਾ ਰੱਖੀ, ਇਨ ਮੈਂ ਕਛ ਤੇਰੋ ਰੇ ਨਾਹਨ, ਦੇਖੋ ਸੋਚ ਵਿਚਾਰੀ। ਅੰਤ ਨੂੰ ਇਹਨਾਂ ਵਿੱਚੋਂ ਕੋਈ ਵੀ ਤੇਰੇ ਨਾਲ ਨਹੀਂ ਜਾਏਗਾ। ਪਤਾ ਹੈ ਨਾ ਤੈਨੂੰ, ਜਾਣਦਾ ਹੈ ਤੂੰ। ਇਹਦਾ ਅਰਥ ਇਹ ਨਹੀਂ ਹੈ ਵੀ ਇਹਨਾਂ ਨੂੰ ਛੱਡ ਕੇ ਜ਼ਿੰਮੇਵਾਰੀ ਤੋਂ ਪਰੇ ਹੋ ਜੇ, ਨਹੀਂ। ਜ਼ਿੰਮੇਵਾਰੀ ਘਰ ਪਰਿਵਾਰ ਪ੍ਰਤੀ ਨਿਭਾ, ਆਪਣੀ ਸਰੀਰ ਪ੍ਰਤੀ ਕੌਨਸ਼ੀਅਸ, ਹੈਲਥ ਕੌਨਸ਼ੀਅਸ ਰਹਿ ਤੂੰ, ਐਕਟਿਵ ਹੋਵੇਂ ਆਪਣੇ ਸਰੀਰ ਆਪਣੀ ਦੇਹ ਪ੍ਰਤੀ। ਇਹ ਨਹੀਂ ਵੀ ਅਲਸੂ ਪਲਸੂ ਜੋ ਮਰਜ਼ੀ ਖਾਈ ਜਾਵੇ ਤੇ ਮੁੜ ਕੇ ਫਿਰ ਰੋਗ ਬਿਮਾਰੀਆਂ ਲਾ ਕੇ ਬੈਠ ਜਾਏ ਤੇ ਆਲਸੀ ਹੋ ਕੇ ਬੈਠ ਜਾਏ। ਸਰੀਰ ਪ੍ਰਤੀ ਵੀ ਤੂੰ ਚੇਤੰਨ ਹੋਵੇ, ਪਤਾ ਹੋਵੇ ਤੈਨੂੰ, ਆਪਣੀ ਦੇਹ ਦਾ ਖਿਆਲ ਰੱਖਦਾ ਹੋਵੇ ਤੂੰ, ਰੋਗੀ ਨਾ ਹੋਵੇ, ਅਰੋਗ ਹੋਵੇ। ਤੇ ਨਾਲ ਹੀ ਉਧਰ ਆਪਣਾ ਜੋ ਘਰ ਪਰਿਵਾਰ ਆ, ਆਲਾ ਦੁਆਲਾ ਆ, ਉਹਦੇ ਪ੍ਰਤੀ ਤੇਰੀ ਜ਼ਿੰਮੇਵਾਰੀ ਪੂਰੀ ਹੋਵੇ, ਚੇਤੰਨ ਹੋਵੇ ਤੂੰ। ਪਰ ਮੋਹ ਦੇ ਵਿੱਚ ਫਸਿਆ ਹੋਇਆ ਨਾ ਹੋਵੇ। ਆਪਣਾ ਇੱਕ ਟੀਚਾ ਸਾਹਮਣੇ ਹੋਵੇ, ਉਹਨੂੰ ਪ੍ਰਣਾਇਆ ਹੋਵੇ ਤੇ ਉਹਦੀ ਪ੍ਰਾਪਤੀ ਪ੍ਰਤੀ ਯਤਨ ਵਿੱਚ ਲੱਗਿਆ ਹੋਇਆ ਹੋਵੇ। ਇਉਂ ਆਪਣੀ ਜ਼ਿੰਦਗੀ ਨੂੰ ਜੀ, ਇਵੇਂ ਜੀਵੇਂਗਾ ਸੁਖੀ ਰਹੇਗਾ। ਮੋਹ ਵਿੱਚ, ਮਮਤਾ ਵਿੱਚ, ਆਪਣੱਤ ਵਿੱਚ ਫਸ ਕੇ ਜੀਵੇਂਗਾ, ਦਿਨੇ ਰਾਤ ਦੁਖੀ ਹੋਵੇਗਾ, ਦੁਖੀ ਹੋਵੇਗਾ ਤੇ ਦੁਖੀ ਹੋਵੇਗਾ। ਅੱਗੋਂ ਦੱਸਦੇ ਨੇ, ਰਤਨ ਜਨਮ ਆਪਣੋ ਤੈਂ ਹਾਰਿਓ, ਗੋਬਿੰਦ ਗਤ ਨਹੀਂ ਜਾਨੀ। ਤੂੰ ਆਪਣਾ ਰਤਨਾ ਵਰਗਾ ਕੀਮਤੀ ਜਨਮ ਜੀਵਨ ਹਾਰ ਚੁੱਕਿਆ ਮੋਹ ਮਮਤਾ ਵਿੱਚ ਪੈ ਕੇ। ਬੜਾ ਕੀਮਤੀ ਇਹ ਜੀਵਨ ਸੀ, ਬੜੀ ਕੀਮਤੀ ਇਹ ਜ਼ਿੰਦਗੀ ਸੀ ਤੇ ਇਹਨੂੰ ਹਾਰ ਚੁੱਕਿਆ ਹੈ। ਗੋਬਿੰਦ ਗਤ ਨਹੀਂ ਜਾਨੀ, ਤੂੰ ਪਰਮੇਸ਼ਰ ਦੀ ਗਤ ਅਵਸਥਾ ਨੂੰ, ਰੱਬ ਨੂੰ ਤੂੰ ਜਾਣਿਆ ਹੀ ਨਹੀਂ, ਸਮਝਿਆ ਹੀ ਨਹੀਂ। ਤੂੰ ਹੋਰ ਪਾਸੇ ਹੀ ਲੱਗਿਆ ਰਿਹਾ, ਰੱਬ ਨੂੰ ਕਿਸੇ ਹੋਰ ਸਰੂਪ 'ਚ ਮੰਨਦਾ ਰਿਹਾ। ਪਰਮੇਸ਼ਰ ਤੇ ਤੇਰੇ ਆਲੇ ਦੁਆਲੇ ਸੀ, ਤੇਰੇ ਅੰਦਰ ਸੀ, ਘਟ ਹੀ ਪੀਤਰ ਤੇਰੇ ਅੰਦਰ ਵਸਦਾ ਸੀ। ਮਨ ਮੰਦਰ ਤਨ ਵੇਸ ਕਰੰਦਰ, ਘਟ ਹੀ ਤੀਰਥ ਨਾਵਾਂ। ਏਕ ਸ਼ਬਦ ਮੇਰਾ ਪ੍ਰਾਣ ਵਸਤ ਹੈ, ਬਹੁੜ ਜਨਮ ਨਾ ਆਵਾਂ। ਘਟ ਹੀ ਭੀਤਰ ਅੰਤਰਗਤ ਤੀਰਥ ਮਲ ਨਾਓ। ਪਰਮੇਸ਼ਰ ਤੇ ਤੇਰੇ ਅੰਦਰ ਬੈਠਾ ਸੀ, ਅੰਤਰ ਬਾਹਰ ਉਹੀ ਸੀ ਤੇਰੇ, ਪਰ ਤੂੰ ਜਾਣਿਆ ਨਹੀਂ ਉਸ ਨੂੰ। ਗੁਰੂ ਜੀ ਕਹਿੰਦੇ, ਰਤਨ ਜਨਮ ਆਪਣੋ ਤੈਂ ਹਾਰਿਓ, ਗੋਬਿੰਦ ਗਤ ਨਹੀਂ ਜਾਨੀ। ਪਰਮੇਸ਼ਰ ਬਾਰੇ ਤੇ ਉਹਦੀ ਤੇ ਖਬਰ ਹੀ ਨਹੀਂ ਤੂੰ ਜਾਣੀ, ਜੋ ਤੇਰੇ ਆਲੇ ਦੁਆਲੇ ਤੇਰੇ ਨਿਕਟ ਸੀ। ਬਸ ਆ ਲੋਭ ਦੇ ਵਿੱਚ, ਵਿਕਾਰਾਂ 'ਚ ਫਸ ਕੇ। ਅਸਲ ਵਿੱਚ ਨਾ ਗੋਬਿੰਦ ਗਤ ਨਹੀਂ ਜਾਨੀ ਦਾ ਅਰਥ ਇਹ ਆ ਵੀ ਸੰਸਾਰ ਦੀ ਹਕੀਕਤ ਨਹੀਂ ਤੂੰ ਸਮਝੀ, ਰਿਐਲਿਟੀ ਕੀ ਆ। ਹੁਣ ਏਦਾਂ ਸਮਝੋ, ਤੁਸੀਂ ਇੱਕ ਗੱਡੀ ਲੈ ਕੇ ਆਓ, ਹਨਾ, ਕਾਰ ਲਿਆਂਦੀ, ਤੁਸੀਂ ਖਰੀਦ ਲਈ, ਲਿਆਏ ਤੇ ਤੁਸੀਂ ਆਪਣੀ ਜੌਬ ਤੇ ਚੱਲੇ ਹੋ, ਡਿਊਟੀ ਤੇ ਜਾ ਰਹੇ ਹੋ, ਜਾਂ ਆਪਣੇ ਖੇਤ ਜਾ ਰਹੇ ਹੋ, ਜਾਂ ਕਿਤੇ ਵੀ ਤੁਸੀਂ ਭੈਣ ਭਾਈ ਨੂੰ ਮਿਲਣ ਜਾ ਰਹੇ ਹੋ ਕਿਤੇ, ਹਨਾ, ਕਾਰ 'ਚ ਬੈਠੇ ਤੇ ਚੱਲ ਪਏ। ਤੇ ਏਦਾਂ ਥੋੜ੍ਹੀ ਕਰਦੇ ਹੋ ਫਿਰ ਵੀ ਦਰਵਾਜ਼ਾ ਖੋਲੋ ਜੀ, ਮੈਂ ਕਾਰ ਅੰਦਰ ਲੈ ਕੇ ਆਉਣੀ ਆ। ਹਾਂ, ਜੇ ਰਸਤਾ ਹੈਗਾ ਅੰਦਰ, ਕੋਈ ਹੈ ਗਰਾਜ ਵਰਗਾ ਵਗੈਰਾ ਬਣਿਆ ਹੋਇਆ, ਤੇ ਤੁਸੀਂ ਉੱਥੇ ਜਾ ਕੇ ਪਾਰਕ ਕਰ ਸਕਦੇ ਹੋ। ਪਰ ਇਹ ਥੋੜ੍ਹੀ ਹੁੰਦਾ ਵੀ ਜੇ ਉਹ ਡਰਾਇੰਗ ਰੂਮ 'ਚ ਬੈਠਣ ਨੂੰ ਕਹਿਣ ਤੇ ਤੁਸੀਂ ਆਖੋ ਮੈਂ ਕਾਰ ਲੈ ਕੇ ਆਉਂਦੇ, ਤੇ ਮੈਂ ਕਾਰ ਇਹ ਤੁਹਾਡੇ ਡਰਾਇੰਗ ਰੂਮ 'ਚ ਲੈ ਕੇ ਜਾਣੀ ਆ, ਤੇ ਮੈਂ ਗੱਲਾਂ ਬਾਤਾਂ ਗੱਡੀ 'ਚ ਬੈਠ ਕੇ ਕਰਨੀਆਂ ਨੇ। ਮੈਂ ਆਫਿਸ 'ਚ ਕਿਸੇ 'ਚ ਜੌਬ ਕਰਦਾ ਆ, ਮੈਨੇਜਰ ਹਾਂ ਕਿਸੇ ਕੰਪਨੀ ਦਾ, ਤੇ ਫਿਰ ਮੈਂ ਇਹ ਕਾਰ ਨਵੀਂ ਲੈ ਕੇ ਆਇਆ, ਤੇ ਫਿਰ ਮੈਂ ਇਸ ਗੱਡੀ 'ਚ ਬੈਠ ਕੇ ਆਪਣੇ ਆਫਿਸ ਦੇ ਵਿੱਚ ਜਾਣਾ ਆ। ਚੇਅਰ ਤੱਕ ਮੇਰੀ ਕਾਰ ਜਾਣੀ ਚਾਹੀਦੀ ਹੈ, ਤੇ ਇਹਦੇ ਵਿੱਚ ਬੈਠ ਕੇ ਮੈਂ ਸਾਰਾ ਕੰਮ ਕਰਨਾ। ਇੱਦਾਂ ਕਰਦਾ ਕੋਈ ਨਹੀਂ। ਉਹ ਇੱਕ ਸਾਧਨ ਆ, ਬੇਸ਼ੱਕ ਉਹ ਲੱਖ ਦੀ ਹੋਵੇ, ਉਹਨੂੰ ਸਾਧਨ ਦੇ ਰੂਪ 'ਚ ਵਰਤਿਆ ਜਾਂਦਾ, ਉਸ ਤੋਂ ਵੱਧ ਨਹੀਂ। ਉਹ ਭਾਵੇਂ 50 ਲੱਖ ਦੀ ਆ, ਉਹ ਭਾਵੇਂ 20 ਲੱਖ ਦੀ ਕਾਰ ਆ, ਉਹ ਜਿੱਥੇ ਤੱਕ ਉਹ ਖੜਨੀ ਚਾਹੀਦੀ ਉਹਨੂੰ ਉੱਥੇ ਹੀ। ਕਈ ਵਾਰ ਤਾਂ ਨਾ ਲੋਕੀ 20-20 ਲੱਖ ਦੀਆਂ ਨਵੀਆਂ ਕਾਰਾਂ ਵੀ ਦਰਵਾਜ਼ੇ ਤੋਂ ਬਾਹਰ ਹੀ ਖੜੀਆਂ ਕਰਦੇ ਆ, ਤੇ 150 ਦੀ ਟੁੱਟੀ ਹੋਈ ਕੁਰਸੀ ਘਰ ਦੇ ਅੰਦਰ ਪਈ ਹੁੰਦੀ ਆ। ਕਿਉਂਕਿ ਉਹਨਾਂ ਚੀਜ਼ਾਂ ਨੂੰ ਅਸੀਂ ਜਾਣ ਲਿਆ ਵੀ ਕਿਹੜੀ ਚੀਜ਼ ਦਾ ਠਿਕਾਣਾ ਕਿੱਥੇ ਆ, ਸਮਝ ਗਏ ਉਹਨਾਂ ਚੀਜ਼ਾਂ ਨੂੰ, ਤੇ ਉਹਨਾਂ ਦੇ ਪ੍ਰਤੀ ਚੇਤੰਨ ਹੋ ਕੇ ਆਪਣੀ ਜ਼ਿੰਮੇਵਾਰੀ ਨਿਭਾਉਣ ਲੱਗ ਪਏ। ਪਰ ਏਦਾਂ ਆਪਣੀ ਜ਼ਿੰਦਗੀ ਪ੍ਰਤੀ ਕਦੇ ਚੇਤੰਨ ਨਹੀਂ ਹੋਏ। ਬਈ ਆ ਸਰੀਰ ਵੀ ਉੱਦਾਂ ਹੀ ਆ, ਇੱਕ ਆਲਾ ਦੁਆਲਾ ਵੀ ਉੱਦਾਂ ਹੀ ਆ ਸਾਡਾ, ਇਹਦੇ ਵਿੱਚੋਂ ਵੀ ਨਿਕਲਣਾ ਜ਼ਰੂਰੀ ਆ, ਨਿਕਲਣਾ ਪੈਣਾ ਹੀ ਆ ਸਾਨੂੰ। ਨਾ ਨਿਕਲੇ, ਪਕੜ ਵਿੱਚ ਫਸੇ ਰਹੇ ਤੇ ਫਿਰ ਨਹੀਂ, ਫਿਰ ਤੇ ਬਸ ਦੁੱਖਾਂ ਦੇ ਵਿੱਚ ਦੁਖੀ ਹੋ ਕੇ ਜ਼ਿੰਦਗੀ ਬੇਕਾਰ ਗਮਗੀਨ ਹੋ ਕੇ ਲੰਘ ਜਾਏਗੀ। ਪਰ ਜੇ ਹਕੀਕਤ, ਰਿਐਲਿਟੀ ਨੂੰ ਪਛਾਣ ਲਿਆ, ਹਕੀਕਤ ਨੂੰ ਜਾਣਿਆ ਹੁੰਦਾ ਨਾ ਵੀ ਹਾਂ ਇਹ ਤੇ ਹੁਣ ਸਾਧਨ ਆ, ਇੱਕ ਵਹੀਕਲ ਆ, ਇੱਕ ਥਾਂ ਤੋਂ ਦੂਜੀ ਥਾਂ ਤੇ ਕੈਰੀ ਸਾਨੂੰ ਕਰਨਾ ਇਹਨੇ, ਅਸੀਂ ਇਹ 'ਚ ਬੈਠ ਕੇ ਜਾਣਾ ਆ, ਤੇ ਫਿਰ ਉਹ ਸਮਝਿਆ ਹੁੰਦਾ ਵੀ ਦਰਵਾਜ਼ੇ ਤੋਂ ਬਾਹਰ ਅਸੀਂ ਗੱਡੀ ਛੱਡ ਦੇਣੀ ਆ, ਪਾਰਕਿੰਗ 'ਚ ਪਾਰਕ ਕਰ ਦੇਣੀ ਆ,
ਤੇ ਮੁੜ ਕੇ ਤੁਰ ਕੇ ਘਰ ਚੱਲ ਜਾਣਾ ਆ, ਆਫਿਸ ਚੱਲ ਜਾਣਾ ਆ, ਜਿੱਥੇ ਗਏ ਆ ਅਸੀਂ ਉੱਥੇ ਚੱਲ ਜਾਣਾ ਆ। ਉਹ ਸਮਝ ਗਏ ਨਾ, ਅੰਡਰਸਟੈਂਡਿੰਗ ਆ ਸਾਡੀ, ਇਹਦਾ ਜ਼ਿੰਦਗੀ ਪ੍ਰਤੀ ਵੀ ਇੱਕ ਅੰਡਰਸਟੈਂਡਿੰਗ ਬਣੇ, ਸੌਖੇ ਰਹਾਂਗੇ, ਸੌਖੀ ਕੱਟ ਜਾਏਗੀ। ਰਤਨ ਜਨਮ ਆਪਣੋ ਤੈ ਹਾਰਿਓ, ਗੋਬਿੰਦ ਗਤ ਨਹੀਂ ਜਾਨੀ, ਨਿਮਖ ਨ ਲੀਨ ਭਇਓ ਚਰਨਨ ਸਿਉ ਬਿਰਥਾ ਔਧ ਸਿਰਾਨੀ। ਸਮਝ ਨਹੀਂ ਆਈ। ਨਿਮਖ ਨ ਲੀਨ ਭਇਓ ਗੋਬਿੰਦ ਸਿਉ, ਨਿਮਖ ਮਾਤਰ ਵੀ, ਛਿਣ ਮਾਤਰ ਵੀ ਰੱਬ ਨਾਲ ਲੀਨ ਨਹੀਂ ਹੋ ਪਾਇਆ। ਗੋਬਿੰਦ ਬਿਰਥਾ ਔਧ ਸਿਰਾਨੀ, ਅਵਧੀ ਜ਼ਿੰਦਗੀ ਜੀਵਨ ਬਿਅਰਥ ਹੀ ਤਾਂ ਇੱਦਾਂ ਹੀ ਬਸ ਵਿਸ਼ਿਆਂ 'ਚ ਵਿਕਾਰਾਂ 'ਚ ਫਸੇ ਹੋਏ ਨੇ, ਕੱਢ ਲਿਆ। ਕਹੋ ਨਾਨਕ ਸੋਈ ਨਰ ਸੁਖੀਆ, ਰਾਮ ਨਾਮ ਗੁਣ ਗਾਵੇ, ਚੇਤਾ ਰੱਖਿਓ ਸੁਖੀਆ ਉਹ ਆ। ਅਸਲ ਵਿੱਚ ਸੁਖੀਆ ਉਹ ਹੈ, ਰਾਮ ਨਾਮ ਗੁਣ ਗਾਵੇ, ਜੋ ਸਰਬ ਵਿਆਪਕ ਈਸ਼ਵਰ ਦੇ ਨਾਲ ਜੁੜਦਾ ਹੈ, ਜੋ ਜ਼ਿੰਦਗੀ ਦੀ ਹਕੀਕਤ ਨੂੰ ਪਛਾਣ ਲੈਂਦਾ, ਉਹੀ ਸੁਖੀ ਹੈ। ਉਹਦੇ ਸਾਹਮਣੇ ਕਿੱਡੀ ਵੀ ਘਟਨਾ ਘਟ ਜਾਏ, ਠੀਕ ਹੈ, ਉਹਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾ ਦਿੰਦਾ, ਪਰ ਉਹ ਦੁਖੀ ਨਹੀਂ ਹੁੰਦਾ, ਕਿਉਂਕਿ ਹਕੀਕਤ ਨੂੰ ਪਹਿਲਾਂ ਸਮਝ ਚੁੱਕਿਆ ਹੁੰਦਾ ਹੈ ਬਈ ਇਹ ਵਰਤਾਰਾ ਵਰਤ ਕੇ ਰਹਿਣਾ, ਆਫਟਰ ਆਲ ਇਹ ਹੋਣਾ, ਅੱਜ ਹੋ ਜਾਏ ਕੱਲ ਹੋ ਜਾਏ, ਇਹ ਤੇ ਰਿਐਲਿਟੀ ਮੇਰੇ ਸਾਹਮਣੇ ਹੋ ਜਾਏ, ਮੇਰੇ ਤੋਂ ਪਿੱਛੋਂ ਹੋ ਜਾਏ, ਤੇ ਹੋਣਾ। ਜਦੋਂ ਸਮਝ ਚੁੱਕਿਆ ਹੁੰਦਾ ਫਿਰ ਸੌਖਾ ਰਹਿੰਦਾ। ਸੋਈ ਨਰ ਸੁਖੀਆ, ਰਾਮ ਨਾਮ ਗੁਣ ਗਾਵੇ, ਜੋ ਰਾਮ ਨਾਮ ਦੇ ਗੁਣ ਗਾਉਂਦਾ ਹੈ, ਜੋ ਪਰਮੇਸ਼ਰ ਜੀ ਦੇ ਨਾਲ ਜੁੜ ਜਾਂਦਾ ਆ, ਜੋ ਸਰਬ ਵਿਆਪਕ ਨਾਲ ਜੁੜ ਕੇ ਵਾਹਿਗੁਰੂ ਦੇ ਵਰਤਾਰੇ ਨੂੰ ਜੋ ਜੋ ਇਹ 'ਚ ਘਟ ਰਿਹਾ ਇਹਨੂੰ ਜਾਣ ਲੈਂਦਾ ਆ, ਤੇ ਜਾਣ ਕੇ ਉਹਨੂੰ ਸਮਝ ਕੇ ਫਿਰ ਉਹਦੇ ਨਾਲ ਆਪਣੀ ਸੁਰਤ ਨੂੰ ਇੱਕ ਮਿਕ ਕਰ ਲੈਂਦਾ। ਇਹਨੂੰ ਕਿਹਾ ਜਾਂਦਾ ਹੁਕਮ 'ਚ ਰਾਜ਼ੀ ਰਹਿਣਾ। ਹੁਕਮ ਨੂੰ ਜਾਣ ਕੇ ਹੁਕਮ ਦੇ ਨਾਲ ਆਪਣੀ ਸੁਰਤ ਨੂੰ ਇੱਕ ਮਿਕ ਕਰ ਲੈਂਦਾ। ਅੰਤਲੀ ਤੋਂ ਕਿਹਾ ਜੀ, ਔਰ ਸਗਲ ਜਗ ਮਾਇਆ ਮੋਹਿਆ, ਨਿਰਭੈ ਪਦ ਨਹੀਂ ਪਾਵੈ। ਤੇ ਜਿਹੜਾ ਬਾਕੀ ਦਾ ਜਗਤ ਹੈ ਨਾ, ਉਹ ਤੇ ਮਾਇਆ ਦਾ ਮੋਹਿਆ ਹੋਇਆ, ਨਿਰਭੈ ਪਦ ਨਹੀਂ ਪਾਵੈ। ਉਹ ਨਿਰਭੈ ਪਦ ਵੀ ਕਿੱਥੇ ਪਾ ਸਕਦਾ, ਉਹ ਤੇ ਵਿਚਾਰੇ ਡਰੂ ਕਰਦੇ ਆਪਣਾ ਜੀਵਨ ਬੇਕਾਰ, ਇੱਦਾਂ ਹੀ ਵਿਸ਼ੇ ਵਿਕਾਰਾਂ 'ਚ, ਮੋਹ 'ਚ, ਮਮਤਾ 'ਚ, ਲੋਭ 'ਚ ਫਸੇ ਹੋਏ ਕੱਢ ਜਾਂਦੇ ਬਸ। ਸੋ ਇਹ ਹੁਣ ਸਾਡੇ ਤੇ ਨਿਰਭਰ ਕਰਦਾ। ਗੁਰੂ ਸਾਹਿਬ ਜੀ ਨੇ ਦੋਵੇਂ ਅਵਸਥਾਵਾਂ ਸਾਡੇ ਸਾਹਮਣੇ ਰੱਖੀਆਂ ਨੇ, ਨਿਰਭਰ ਆਪਣੇ ਤੇ ਕਰਦਾ ਆ ਬਈ ਅਸੀਂ ਇਹਨਾਂ ਵਿੱਚੋਂ ਕਿਹੜੀ ਅਵਸਥਾ ਨੂੰ ਤਵੱਜੋ ਦਿੰਦੇ ਹਾਂ, ਤੇ ਫਿਰ ਆਪਣੀ ਜ਼ਿੰਦਗੀ 'ਚ ਕਿਸ ਨੂੰ ਲਾਗੂ ਕਰਦੇ ਹਾਂ। ਕੋਸ਼ਿਸ਼ ਕਰੀਏ ਸਹੀ ਰਾਹ ਤੇ ਪਈਏ, ਤਾਂ ਜੋ ਸਾਡਾ ਇਹ ਜਨਮ ਜੀਵਨ ਸਫਲ ਹੋਵੇ। ਸੋ ਇਸੇ ਤਰ੍ਹਾਂ ਜੁੜੇ ਰਹੋ ਸਾਡੇ ਨਾਲ YouTube ਚੈਨਲ ਜਸਵਿੰਦਰ ਸਿੰਘ ਬਟਰੁੱਖਾਂ ਦੇ ਉੱਪਰ। ਆਪਾਂ ਅੱਗੇ ਵੀ ਗੁਰੂ ਸਾਹਿਬ ਦੀ ਬਾਣੀ ਦੀ ਵਿਚਾਰ ਕਰਦੇ ਰਹਿਣਾ ਆ। ਧੰਨਵਾਦ ਬਹੁਤ ਬਹੁਤ ਆਪ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।